ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ CDP ਦਾ ਲੈਕਚਰ ਨੰਬਰ 3 ਕਰਨ ਜਾ ਰਹੇ ਹਾਂ, ਜੋ ਕਿ ਬਹੁਤ ਹੀ ਮਹੱਤਵਪੂਰਨ ਹੈ। ਅੱਜ ਆਪਾਂ ਟੌਪਿਕ ਕਰ ਰਹੇ ਹਾਂ ਬੱਚਿਆਂ ਵਿੱਚ ਵਿਕਾਸ ਦੇ ਨਿਯਮ, मतलब कि इंग्लिश प्रिंसीपल ऑफ द डेवलपमेंट ऑफ अ चिल्ड्रन टॉपिक तो आप कुछ महत्वपूर्ण क्वेश्चन करन जा रहे हैं जो कि 26 के लगभग हैं, जो कि पेपर के पॉइंट ऑफ व्यू नाल बहुत ही जरूरी हैं। चलो ज़्यादा गल ना करते आप वीडियो में स्टार्ट करते हैं। पहला क्वेश्चन पढ़ते हैं, विकास के नियमां की जानकारी किस लिए महत्वपूर्ण है? किस लिए महत्वपूर्ण? अध्यापकों लिए, माता पिता लिए, प्रबंधकों लिए या सारे लिए? तो जोड़े विकास के नियम की जानकारी होंगी है वो किस लिए महत्वपूर्ण जरूरी है? वो सारे लिए जरूरी होंगी है। अध्यापकों लिए भी जरूरी होंगी है, माता पिता लिए भी जरूरी होंगी है, प्रबंधकों लिए भी जरूरी है। तो ऑप्शन नंबर 4, तो ऑप्शन नंबर 4 ਇਹਦਾ आंसर होएगा। चलो अगला क्वेश्चन पढ़ते हैं। क्वेश्चन नंबर 2, मैसेल का कहना है कि डैश अपने अंदरूनी प्रतिरूप अनुसार ਵੱਧਦਾ ਹੈ ਅਤੇ ਵਿਵਹਾਰ ਦੀਆਂ ਮੁੱਢਲੀਆਂ ਕਿਸਮਾਂ ਨੂੰ ਸਥਾਪਿਤ ਕਰਦਾ ਹੈ। ਪਾਚਨ ਪ੍ਰਣਾਲੀ 'ਚ, ਲਹੂ ਚੱਕਰ 'ਚ, ਦਿਮਾਗ 'ਚ ਜਾਂ ਨਾੜੀ ਤੰਤਰ ਦੇ ਵਿੱਚ? ਕਿਹਦੇ ਵਿੱਚ ਕਰਦਾ ਹੈ? ਕਿਸ ਦੇ? ਮੈਸਲੇ ਦੇ ਕਹਿਣ ਨਾਲ। ਮੈਸਲ ਦੇ ਕਹਿਣ ਨਾਲ ਆਪਣੇ ਅੰਦਰੂਨੀ ਪ੍ਰਤੀਰੂਪ ਅਨੁਸਾਰ ਵੱਧਦਾ ਹੈ ਅਤੇ ਵਿਵਹਾਰ ਦੀਆਂ ਮੁੱਢਲੀਆਂ ਕਿਸਮਾਂ ਨੂੰ ਸਥਾਪਿਤ ਕਰਦਾ ਹੈ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਹੈ ਆਪਸ਼ਨ ਨੰਬਰ 4, ਨਾੜੀ ਤੰਤਰ ਦੇ ਵਿੱਚ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 3, ਇਹਨਾਂ ਵਿੱਚੋਂ ਕਿਹੜਾ ਵਾਧੇ ਅਤੇ ਵਿਕਾਸ ਦਾ ਸਧਾਰਨ ਨਿਯਮ ਹੈ? ਕਿਹੜਾ ਹੈ? ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਵਿਕਾਸ ਸਧਾਰਨ ਤੇ ਵਿਸ਼ੇਸ਼ ਵੱਲ ਹੁੰਦਾ ਹੈ। ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ। ਵਿਕਾਸ ਵਿੱਚ ਵਿਅਕਤੀਗਤ ਭਿੰਨਤਾ ਪਾਈ ਜਾਂਦੀ ਹੈ ਜਾਂ ਉਪਰੋਕਤ ਸਾਰੇ? ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਉਪਰੋਕਤ ਸਾਰੇ। ਵਿਕਾਸ ਜਿਹੜਾ ਹੈ ਉਹ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ, ਉਹ ਰੁਕਣ ਵਾਲੀ ਪ੍ਰਕਿਰਿਆ ਨਹੀਂ ਹੁੰਦੀ, ਉਹ ਕੀ ਨਿਰੰਤਰ ਚੱਲਦੀ ਰਹਿੰਦੀ ਹੈ ਸਾਰੀ ਉਮਰ ਤੱਕ। ਔਰ ਜਿਹੜਾ ਵਿਕਾਸ ਹੁੰਦਾ ਉਹ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ। ਔਰ ਜਿਹੜਾ ਆਪਸ਼ਨ ਨੰਬਰ 3 ਹੈ, ਵਿਕਾਸ ਵਿੱਚ ਵਿਅਕਤੀਗਤ ਭਿੰਨਤਾ ਪਾਈ ਜਾਂਦੀ ਹੈ, ਮਤਲਬ ਕਿ ਕੋਈ ਕਿਹੜੇ ਫੀਲਡ 'ਚ ਜਾਂਦਾ ਹੈ, ਕੋਈ ਕਿਹੜੇ ਫੀਲਡ 'ਚ ਜਾਂਦਾ ਹੈ, ਸਭ ਦੀ ਆਪਣੀ ਆਪਣਾ ਵਿਕਾਸ ਅਲੱਗ ਅਲੱਗ ਫੀਲਡ ਦੇ ਵਿੱਚ ਹੁੰਦਾ। ਤਾਂ ਇਹਦਾ ਕੀ ਹੈ? ਉਪਰੋਕਤ ਆਨਸਰ ਆਏਗਾ। ਠੀਕ ਹੈ, ਆਪਸ਼ਨ ਨੰਬਰ 4 ਇਹਦਾ ਆਨਸਰ ਹੈ। ਚਲੋ ਅਗਲਾ क्वेश्चन पढ़ते हैं। अगला क्वेश्चन, शरीर के ਵੱਖ-ਵੱਖ अंगां ਦਾ विकास डैश दर नाल ਹੁੰਦਾ है? ऑप्शन नंबर 1, ਇੱਕੋ समान, कदे समान ते कदे असमान, इन्हां विचों कोई नहीं या ਵੱਖ-ਵੱਖ? तो शरीर के जोड़े अंगां का विकास डैश दर हुंदा वो किवें हुंदा है? तो इसदा आंसर की हुंदा है? ਵੱਖ-ਵੱਖ हुंदा है। हर एक अंग का जोड़ा विकास हुंदा वो ਵੱਖ-ਵੱਖ ही हुंदा है। क्वेश्चन नंबर 5 पढ़ते हैं, विकास उपज है विरसे की, वातावरण की, विरसा ते वातावरण दोहां की या किसी की भी नहीं? तो ਤੁਹਾਡੇ ਮੁਤਾबिक ਇਹਦਾ आंसर की होना चाहिए है? ये क्वेश्चन आप पहला भी करें है। तो ਇਹਦਾ आंसर की होना चाहिए है? विरसा ते वातावरण विकास। देखो हुण विकास भी पूछे ना, तो विकास ना तो विरसे नाल हुंदा है, ना वातावरण नाल हुंदा है, ना ही विरसे ते विकास नाल। तो इन्हां विच कोई भी आंसर नहीं है। ठीक है, तो जिहड़ा विकास हुंदा है वो की हुंदा है? आपां जिहड़ा विकास है वो की है? वो निरंतर चलता रहता है, वो कोई रुकदा रकदा नहीं, ना तो उन्होंने इन्वायरमेंट तो कोई फर्क पैंदा है, ना विरसे तो कोई फर्क पैंदा है। जिहड़ा विकास है वो निरंतर चलता रहता है और वो कदे भी खत्म नहीं होंदा या कदे भी रुकदा नहीं है। चलो अगला क्वेश्चन पढ़ते हैं, इन्हां चों किहड़ी चीज़ वाधे अते विकास नूं प्रभावित करन वाले कारकां विच शामिल है? नंबर 1, भोजन, खुली हवा ते धुप, गलैंडां दा कारज, ਇਹ ਸਾਰੇ। ਤਾਂ ਵਾਧੇ ਅਤੇ ਵਿਕਾਸ ਨੂੰ ਕੀ ਪ੍ਰਭਾਵਿਤ ਕਰਨ ਵਾਲੇ ਕਾਰਕ ਸ਼ਾਮਿਲ ਹੁੰਦੇ ਹਨ? ਤਾਂ
ਇਹ ਆਪਸ਼ਨ ਨੰਬਰ 4 ਇਹਦਾ ਆਂਸਰ ਹੈ। ਜਿਹੜਾ ਵਾਧੇ ਔਰ ਵਿਕਾਸ 'ਚ ਭੋਜਨ ਵੀ ਹੋਣਾ ਚਾਹੀਦਾ, ਖੁੱਲ੍ਹੀ ਹਵਾ ਅਤੇ ਧੁੱਪ ਵੀ ਹੋਣੀ ਚਾਹੀਦੀ ਹੈ, ਔਰ ਗਲੈਂਡਾ ਦਾ ਕਾਰਜ ਵੀ ਹੋਣਾ ਚਾਹੀਦਾ। ਮਤਲਬ ਕਿ ਆਪਣੀ ਜਿਹੜੀਆਂ ਮਾਸਪੇਸ਼ੀਆਂ ਉਸ ਦਾ ਵਾਧਾ ਵੀ ਹੋਣਾ ਚਾਹੀਦਾ ਹੈ। ਮਤਲਬ ਕਿ ਜੇ ਆਪਾਂ ਨੂੰ ਅੱਛਾ ਖਾਣਾ ਮਿਲੇਗਾ, ਖੁੱਲ੍ਹੀ ਹਵਾ, ਧੁੱਪ ਵਧੀਆ ਮਿਲੇਗੀ, ਉਹ ਸਾਰਾ ਕੁਛ ਕੀ ਹੈ, ਆਪਣੇ ਸਰੀਰ ਦਾ ਵਾਧਾ ਵੀ ਹੋਊਗਾ ਔਰ ਆਪਣਾ ਵਿਕਾਸ ਵੀ ਹੋਏਗਾ। ਚਲੋ ਅਗਲਾ ਪੜ੍ਹਦੇ ਹਾਂ, ਕੁਐਸਚਨ ਨੰਬਰ 7। ਬੁੱਧੀ ਦੀ ਨੀਵੀਂ ਪੱਧਰ ਦਾ ਕਾਰਨ ਹੈ। ਕਾਰਨ ਰੁਕਿਆ ਹੋਇਆ ਵਿਕਾਸ, ਤੇਜ਼ ਵਿਕਾਸ ਜਾਂ ਧੀਮਾ ਵਿਕਾਸ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੁੱਧੀ ਦੀ ਨੀਵੀਂ ਪੱਧਰ ਦਾ ਕਾਰਨ ਕੀ ਹੁੰਦਾ ਹੈ? ਰੁਕਿਆ ਹੋਇਆ ਵਿਕਾਸ। ਮਤਲਬ ਕਿ ਜੇ ਮੰਨ ਲਓ ਕੋਈ ਪ੍ਰੋਬਲਮ ਬੱਚੇ 'ਚ ਆ ਜਾਂਦੀ ਹੈ ਤਾਂ ਕੀ ਆ, ਉਹਦਾ ਵਿਕਾਸ ਰੁਕ ਜਾਂਦਾ ਹੈ। ਤਾਂ ਮਤਲਬ ਕਿ ਜਿਵੇਂ ਕਿ ਮੰਨ ਲਓ ਜਿਨ੍ਹਾਂ ਦਾ ਕਈਆਂ ਦਾ ਕੱਦ ਛੋਟਾ ਰਹਿ ਜਾਂਦਾ ਹੈ, ਕਈਆਂ ਦੇ ਮਤਲਬ ਜਿਵੇਂ ਕਿ ਹੁਣ ਜਿਨ੍ਹਾਂ ਦਾ ਕੱਦ ਛੋਟਾ ਰਹਿ ਜਾਂਦਾ ਤਾਂ ਫਿਰ ਉਹਨਾਂ ਦੀ ਬੁੱਧੀ 'ਚ ਤਾਂ ਨਹੀਂ ਕੋਈ ਫਰਕ ਪੈਂਦਾ, ਪਰ ਉਹਨਾਂ ਦਾ ਕੀ ਹੈ, ਵਿਕਾਸ ਰੁਕ ਜਾਂਦਾ। ਪਰ ਉਹਨਾਂ ਦੀ ਜਿਹੜੀ ਮੈਂਟਲੀ ਜਿਹੜੀ ਹੁੰਦੇ ਹੈ, ਆਪਾਂ ਨੂੰ ਉਹ ਦਿਮਾਗੀ ਤੌਰ 'ਤੇ ਤਾਂ ਉਹ ਬਿਲਕੁਲ ਠੀਕ ਹੁੰਦਾ, ਪਰ ਜਿਹੜਾ ਕੱਦ ਹੁੰਦਾ ਕੱਦ ਨਹੀਂ ਵੱਧਦਾ, ਬਾਕੀ ਮਤਲਬ ਕਿ ਉਹ ਵਧੀਆ ਰਹਿੰਦਾ। ਠੀਕ ਹੈ, ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਕੁਐਸਚਨ ਨੰਬਰ 8। ਵਿਕਾਸ ਪਰਿਵਰਤਨਾਂ ਦੀ ਉਹ ਲੜੀ ਹੈ ਜਿਸ ਵਿੱਚੋਂ ਜੀਵ ਪੂਰਨ ਅਵਸਥਾ ਤੋਂ ਪਰਿਪੱਕਤਾ ਦੀ ਅਵਸਥਾ ਤੱਕ ਵੱਧਦੇ ਸਮਾਂ ਗੁਜ਼ਰਦਾ ਹੈ। ਅਵਸਥਾ ਤੱਕ ਵੱਧਦੇ ਸਮਾਂ ਗੁਜ਼ਾਰਦਾ ਹੈ। ਇਸ ਕਥਨ ਦਾ ਕਥਨਕਾਰ ਹੈ। ਮਤਲਬ ਕਿ ਜਿਹੜੀ ਇਹ ਕਥਨ ਕਿਹਾ ਗਿਆ ਹੈ, ਇਹ ਕਿਸ ਨੇ ਕਿਹਾ ਹੈ? ਸਟੀਵਨਸਨ ਨੇ ਕਿਹਾ ਹੈ, ਐਡਰਸਨ ਨੇ ਕਿਹਾ ਹੈ, ਵੈਬਸਟਰ ਸ਼ਬਦਕੋਸ਼ ਦੁਆਰਾ ਕਿਹਾ ਗਿਆ ਹੈ, ਲਿਬਰਟ, ਪਾਲੋਸ ਅਤੇ ਮਾਰਮਰ ਨੇ ਕਿਹਾ ਹੈ। ਤਾਂ ਇਹ ਜਿਹੜੀ ਲਾਈਨਾਂ ਹੈ ਕੁਛ, ਇਹ ਕਿਸ ਨੇ ਕਿਹਾ ਹੈ? ਤਾਂ ਇਹ ਕਿਹਾ ਹੈ ਵੈਬਸਟਰ ਸ਼ਬਦਕੋਸ਼ ਨੇ ਵਿੱਚੋਂ ਕਿਹਾ ਗਿਆ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਵਿਕਾਸ ਦੇ ਪ੍ਰਮੁੱਖ ਚਿੰਨ੍ਹਾਂ ਵਿੱਚ ਸ਼ਾਮਿਲ ਹੈ। ਵਿਕਾਸ ਦੇ ਵਿੱਚ ਕਿਹੜੇ ਕਿਹੜੇ ਪ੍ਰਮੁੱਖ ਚਿੰਨ੍ਹ ਸ਼ਾਮਿਲ ਹੁੰਦੇ ਹਨ? ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਾਧੇ ਕਾਰਨ ਸਰੀਰਕ ਆਕਾਰ ਵਿੱਚ ਤਬਦੀਲੀਆਂ, ਪੁਰਾਣੇ ਲੱਛਣਾਂ ਦਾ ਖਾਤਮਾ ਅਤੇ ਨਵਿਆਂ ਦੀ ਉਪਜ, ਜਾਂ ਸਮਾਂ ਬੀਤਣ ਨਾਲ ਵਿਅਕਤੀ ਸਿੱਖਦਾ ਅਤੇ ਪਰਿਪੱਕ ਹੁੰਦਾ ਹੈ, ਜਾਂ ਉਪਰੋਕਤ ਸਾਰੇ। ਤਾਂ ਦੇਖੋ ਵਿਕਾਸ ਵਿੱਚ ਕਿਹੜੇ ਕਿਹੜੇ ਚਿੰਨ੍ਹ ਸ਼ਾਮਿਲ ਹੁੰਦੇ ਹਨ? ਦੇਖੋ ਸਰੀਰਕ ਤੌਰ 'ਤੇ ਵੀ ਸਹੀ ਹੋ ਜਾਂਦਾ ਹੈ, ਮਾਨਸਿਕ ਤੌਰ 'ਤੇ ਵੀ ਉਹਦਾ ਵਾਧਾ ਹੁੰਦਾ, ਤਾਂ ਕੀ ਉਹਦੇ ਵਾਧਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਕੀ ਹੈ ਵੀ ਪੁਰਾਣੇ ਲੱਛਣ ਉਹਦੇ ਖਤਮ ਹੋ ਜਾਂਦੇ ਔਰ ਨਵੀਆਂ ਚੀਜ਼ਾਂ। ਜੇ ਆਪਾਂ ਨਵੀਂ ਚੀਜ਼ਾਂ ਸਿੱਖਦੇ ਹਾਂ ਤਾਂ ਆਪਾਂ ਕੀ ਹੈ, ਪੁਰਾਣੀਆਂ ਚੀਜ਼ਾਂ ਭੁੱਲ ਕੋਈ ਜਾਂਦੇ ਹਾਂ, ਪਰ ਕੀ ਹੈ, ਪਰ ਆਪਾਂ ਅੱਗੇ ਦੀ ਅੱਗੇ ਨਵੀਆਂ ਚੀਜ਼ਾਂ ਸਿੱਖਦੇ ਜਾਂਦੇ ਹਾਂ। ਤਾਂ ਫਿਰ ਸਮਾਂ ਬੀਤਣ ਨਾਲ ਕੀ ਬੰਦਾ ਜਦੋਂ ਤੱਕ ਸਿੱਖਦਾ ਰਹਿੰਦਾ ਹੈ ਤਾਂ ਕੀ ਹੈ, ਉਹ ਚੀਜ਼ 'ਚ ਪੂਰੀ ਤਰ੍ਹਾਂ ਪਰਫੈਕਟ ਹੋ ਜਾਂਦਾ ਹੈ। ਤਾਂ ਮਤਲਬ ਕਿ ਉਹਨੂੰ ਪੰਜਾਬੀ 'ਚ ਕੀ ਕਹਿੰਦੇ, ਪਰਿਪੱਕ ਹੋ ਜਾਂਦਾ ਹੈ। ਤਾਂ ਇਹਦਾ ਆਨਸਰ ਕੀ ਹੋਏਗਾ? ਆਪਸ਼ਨ ਨੰਬਰ 4, ਉਪਰੋਕਤ ਸਾਰੇ। ਅੱਗੇ ਬੱਚੇ ਦਾ ਵਿਕਾਸ ਕਿਹੜੇ ਪੱਖੋਂ ਹੋ ਸਕਦਾ ਹੈ? ਕਿਹੜੇ ਪੱਖੋਂ ਹੁੰਦਾ ਬੱਚੇ ਦਾ ਵਿਕਾਸ? ਸਰੀਰਕ ਅਤੇ ਬੌਧਿਕ ਪੱਖੋਂ, ਗਿਆਨਾਤਮਕ ਪੱਖੋਂ, ਸੰਵੇਗਾਤਮਕ ਪੱਖੋਂ, ਸਮਾਜਿਕ ਅਤੇ ਨੈਤਿਕ ਪੱਖੋਂ, ਉਪਰੋਕਤ ਸਾਰਿਆਂ ਪੱਖੋਂ। ਤਾਂ ਬੱਚੇ ਦਾ ਜਿਹੜਾ ਵਿਕਾਸ ਹੈ ਉਹ ਕਿਹਦੇ ਪੱਖੋਂ ਹੁੰਦਾ ਹੈ? ਤਾਂ ਉਪਰੋਕਤ ਸਾਰਿਆਂ ਪੱਖੋਂ ਹੀ ਹੁੰਦਾ ਹੈ। ਬੱਚੇ ਦਾ ਸਰੀਰਕ ਵੀ ਹੁੰਦਾ ਹੈ, ਬੌਧਿਕ ਵੀ ਹੁੰਦਾ ਹੈ, ਗਿਆਨਾਤਮਕ ਵੀ ਹੁੰਦਾ ਹੈ, ਸੰਵੇਗਾਤਮਕ ਵੀ ਹੁੰਦਾ ਹੈ, ਸਮਾਜਿਕ ਵੀ ਹੁੰਦਾ ਹੈ, ਨੈਤਿਕ ਵੀ। ਮਤਲਬ ਕਿ ਸਾਰੇ ਪੱਖ ਮਿਲ ਕੇ ਹੀ ਬੱਚੇ ਦਾ ਵਿਕਾਸ ਕਰਦੇ ਹਨ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਵਿਕਾਸ ਉਪਜ ਹੈ। ਫਿਰ ਆ ਗਿਆ ਦੁਬਾਰਾ ਕੁਐਸਚਨ। ਚਲੋ ਕੋਈ ਨਹੀਂ, ਇਹ ਤਾਂ ਆਨਸਰ ਆਪਾਂ ਨੂੰ ਪਤਾ ਹੀ ਹੈ ਵੀ ਇਹਦਾ ਕੀ ਆਨਸਰ ਹੋਣਾ ਚਾਹੀਦਾ ਹੈ। ਤਾਂ ਤੁਸੀਂ ਦੱਸੋ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਸ ਨਾਲ ਆਪਾਂ ਨੂੰ ਪਤਾ ਵੀ ਚੱਲ ਜਾਏਗਾ ਵੀ ਤੁਹਾਨੂੰ ਕੁਐਸਚਨ ਦਾ ਪਤਾ ਲੱਗਿਆ ਵੀ ਇਹ ਕੁਐਸਚਨ ਆਇਆ ਸੀ ਦੁਬਾਰਾ ਅਤੇ ਫਿਰ ਦੁਬਾਰਾ ਆ ਗਿਆ। ਵਿਕਾਸ ਉਪਜ ਹੈ ਤਾਂ ਇਹਨਾਂ ਵਿੱਚੋਂ ਕਿਸੇ ਦੀ ਨਹੀਂ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 12। ਸ਼ਿਸ਼ੂ ਅਵਸਥਾ ਵਿੱਚ ਸਰੀਰਕ ਵਾਧਾ ਦਰ ਜਿਸ ਪੜਾਅ ਦੇ ਮੁਕਾਬਲੇ ਵਿੱਚ ਵੱਧ ਹੁੰਦੀ ਹੈ? ਸ਼ਿਸ਼ੂ ਅਵਸਥਾ ਸਰੀਰਕ ਵਾਧੇ ਦਰ ਕਿਸ ਪੜਾਅ ਵਿੱਚ ਸਭ ਤੋਂ ਵੱਧ ਹੁੰਦੀ ਹੈ? ਕਿਸ ਪੜਾਅ ਵਿੱਚ ਸਭ ਤੋਂ ਵੱਧ ਹੁੰਦੀ ਹੈ? ਬਾਲ ਅਵਸਥਾ ਵਿੱਚ, ਕਿਸ਼ੋਰ ਅਵਸਥਾ ਵਿੱਚ, ਪ੍ਰੌੜ ਅਵਸਥਾ ਵਿੱਚ, ਜਾਂ ਇਹਨਾਂ ਸਾਰੀਆਂ ਅਵਸਥਾ ਦੇ ਵਿੱਚ? ਤਾਂ ਕੁਐਸਚਨ ਨੰਬਰ 12 ਦਾ ਕੀ ਆਨਸਰ ਹੋਣਾ ਚਾਹੀਦਾ ਹੈ ਕਿ ਜਿਹੜਾ ਸ਼ਿਸ਼ੂ ਅਵਸਥਾ ਵਿੱਚ ਸਰੀਰਕ ਵਾਧਾ ਦਰ
ਜਿਸ ਪੜਾਵ ਦੇ ਮੁਕਾਬਲੇ ਵੱਧ ਹੁੰਦਾ ਹੈ। ਕਿਸ ਪੜਾਵ ਦੇ ਵਿੱਚ ਹੁੰਦਾ ਹੈ? ਤਾਂ ਇਹਨਾਂ ਸਾਰੀਆਂ ਅਵਸਥਾ ਦੇ ਵਿੱਚ ਬੱਚੇ ਦਾ ਵਾਧਾ ਹੁੰਦਾ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਕੁਐਸਚਨ ਨੰਬਰ 13, ਸਰੀਰ ਦੇ ਹਰ ਭਾਗ ਵਿੱਚ ਵਾਧਾ ਹੋਰ ਭਾਗਾਂ ਦੇ ਅਧੀਨ ਤੋਂ ਸਵੈਧੀਨ, ਆਪਸ਼ਨ ਨੰਬਰ 2 ਦੇ ਅਧੀਨ, ਆਪਸ਼ਨ ਨੰਬਰ 3 ਵਰਗਾ ਹੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕੀ ਆਏਗਾ? ਸਰੀਰ ਦੇ ਹਰ ਭਾਗ ਵਿੱਚ ਵਾਧਾ ਹੋਰ ਭਾਗਾਂ ਦੇ ਸਵੈਧੀਨ ਹੁੰਦਾ ਹੈ। ਤਾਂ ਆਪਸ਼ਨ ਨੰਬਰ 1 ਇਹਦਾ ਆਂਸਰ ਹੋਏਗਾ। ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 14, ਵਿਕਾਸ ਦਾ ਕਿਹੜਾ ਪੱਖ ਅੰਤਰ ਸੰਬੰਧਿਤ ਹੈ? ਕਿਹੜਾ ਪੱਖ ਅੰਤਰ ਸੰਬੰਧਿਤ ਹੁੰਦਾ ਹੈ ਵਿਕਾਸ ਦੇ? ਸਰੀਰਕ ਤੇ ਮਾਨਸਿਕ, ਸਰੀਰਕ ਤੇ ਭਾਵਨਾਤਮਕ, ਸਰੀਰਕ ਮਾਨਸਿਕ ਤੇ ਭਾਵਨਾਤਮਕ, ਜਾਂ ਭਾਵਨਾਤਮਕ ਤੇ ਮਾਨਸਿਕ। ਤਾਂ ਤੁਹਾਡੇ ਮੁਤਾਬਿਕ ਕਿਹੜਾ ਆਂਸਰ ਹੋਣਾ ਚਾਹੀਦਾ ਹੈ? ਵਿਕਾਸ ਦੇ ਪੱਖੋਂ ਅੰਤਰ ਸੰਬੰਧੀ ਸਰੀਰਕ ਵੀ ਹੁੰਦਾ ਹੈ, ਮਾਨਸਿਕ ਵੀ ਹੁੰਦਾ ਹੈ, ਭਾਵਨਾਤਮਕ ਵੀ। ਮਤਲਬ ਕਿ ਆਪਣਾ ਕੀ ਹੁੰਦਾ ਹੈ, ਮਤਲਬ ਕਿ ਮੈਂਟਲੀ ਵੀ ਹੁੰਦੇ ਹਾਂ ਆਪਾਂ, ਫਿਜ਼ੀਕਲੀ ਵੀ ਹੁੰਦੇ ਹਾਂ, ਆਪਣੀ ਫੀਲਿੰਗਸ ਵੀ ਹੁੰਦੀਆਂ। ਇਹ ਤਿੰਨੋਂ ਹੀ ਮਿਲ ਕਰ ਵਿਕਾਸ ਦੇ ਵਿੱਚ ਅੰਤਰ ਸੰਬੰਧਿਤ ਹੁੰਦੇ ਆ। ਤਾਂ ਆਪਸ਼ਨ ਨੰਬਰ 3 ਇਹਦਾ ਆਂਸਰ ਸਹੀ ਹੈ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 15, ਵਿਕਾਸ ਬਾਰੇ ਭਵਿੱਖਬਾਣੀ। ਵਿਕਾਸ ਬਾਰੇ ਭਵਿੱਖਬਾਣੀ ਆਪਸ਼ਨ ਨੰਬਰ 1 ਨਹੀਂ ਕੀਤੀ ਜਾ ਸਕਦੀ, ਆਪਸ਼ਨ ਨੰਬਰ 2 ਕੀਤੀ ਜਾ ਸਕਦੀ ਹੈ, ਜਾਂ ਆਪਸ਼ਨ ਨੰਬਰ 3 ਨਹੀਂ ਵੀ ਤੇ ਹਾਂ ਵੀ ਕੀਤੀ ਜਾ ਸਕਦੀ ਹੈ, ਜਾਂ ਆਪਸ਼ਨ ਨੰਬਰ 4 ਪਤਾ ਨਹੀਂ। ਵਿਕਾਸ ਬਾਰੇ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਹਾਂ ਕੀਤੀ ਜਾ ਸਕਦੀ ਹੈ। ਆਪਸ਼ਨ ਨੰਬਰ 2 ਇਹਦਾ ਸਹੀ ਹੈ। ਮੰਨ ਲਓ ਕਿ ਜਿਹੜੇ ਬੱਚੇ ਹੋਣ ਛੋਟੀ ਉਮਰ 'ਚ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਤਾਂ ਆਪਾਂ ਨੂੰ ਕੀ ਆ ਉਹਨਾਂ ਬਾਰੇ ਆਪਾਂ ਭਵਿੱਖਬਾਣੀ ਕਰਦੇ ਵੀ ਆਉਣ ਵਾਲੇ ਟਾਈਮ ਫਿਊਚਰ ਦੇ ਵਿੱਚ ਇਹ ਬੱਚਾ ਬਹੁਤ ਹੀ ਕੁਛ ਅੱਛਾ ਹਾਸਿਲ ਕਰੇਗਾ, ਦੇਸ਼ ਲਈ ਕੁਛ ਅੱਛਾ ਕਰੇਗਾ। ਤਾਂ ਇਹ ਆਪਾਂ ਕੀ ਆ ਉਹਦੇ ਵਿਕਾਸ ਦੀ ਭਵਿੱਖਬਾਣੀ ਕਰ ਦਿੰਦੇ ਹਾਂ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 16, ਬੱਚੇ ਦੀ ਬੁੱਧੀ ਦੀ ਨੀਵੀਂ ਪੱਧਰ ਕਿਸ ਕਾਰਨ ਹੁੰਦੀ ਹੈ? ਕਿਸੇ ਸਰੀਰਕ ਘਾਟ ਕਾਰਨ, ਰੁਕੇ ਹੋਏ ਵਿਕਾਸ ਕਾਰਨ, ਜਾਂ ਤੇਜ਼ ਵਿਕਾਸ ਕਾਰਨ, ਜਾਂ ਸਰੀਰਕ ਵਿਕਾਸ ਕਾਰਨ। ਤਾਂ 16 ਨੰਬਰ ਕੁਐਸਚਨ ਦਾ ਆਂਸਰ ਕੀ ਹੋਣਾ ਚਾਹੀਦਾ ਹੈ? ਜਿਹੜੀ ਬੱਚੇ ਦੀ ਬੁੱਧੀ ਦੀ ਨੀਵੀਂ ਪੱਧਰ ਹੁੰਦੀ ਹੈ ਉਹ ਕਿਸ ਕਾਰਨ ਹੁੰਦੀ ਹੈ? ਰੁਕੇ ਹੋਏ ਵਿਕਾਸ ਕਾਰਨ। ਤਾਂ ਆਪਸ਼ਨ ਨੰਬਰ 2 ਇਹਦਾ ਆਂਸਰ ਸਹੀ ਹੈ। ਅੱਗੇ ਕੁਐਸਚਨ ਨੰਬਰ 17 ਪੜ੍ਹਦੇ ਹਾਂ। ਵਾਧੇ ਤੇ ਵਿਕਾਸ ਦੇ ਨਿਯਮਾਂ ਦੇ ਪ੍ਰਕਾਸ਼ ਵਿੱਚ ਅਧਿਆਪਕ ਸਿੱਖਿਆ ਮਾਹਿਰ ਪਾਠਕ੍ਰਮ ਨੂੰ ਵਧੇਰੇ ਕਰ ਸਕਦੇ ਹਨ। ਕੀ ਕਰ ਸਕਦੇ ਹਨ? ਯੋਜਨਾਬੱਧ ਕਰ ਸਕਦੇ ਹਨ, ਤੇਜ਼ ਕਰ ਸਕਦੇ ਹਨ, ਹੌਲੀ ਕਰ ਸਕਦੇ ਹਨ, ਜਾਂ ਇਹਨਾਂ ਵਿੱਚ ਕੋਈ ਨਹੀਂ ਕਰ ਸਕਦੇ। ਤਾਂ ਕੀ ਕਰ ਸਕਦੇ ਆ? ਯੋਜਨਾਬੱਧ ਕਰ ਸਕਦੇ ਆ, ਮਤਲਬ ਕਿ ਪਲੈਨਿੰਗ ਕਰ ਸਕਦੇ ਹਾਂ। ਵਾਧੇ ਅਤੇ ਵਿਕਾਸ ਦੇ ਨਿਯਮਾਂ ਦੇ ਪ੍ਰਕਾਸ਼ ਵਿੱਚ ਅਧਿਆਪਕ ਅਤੇ ਸਿੱਖਿਆ ਮਾਹਿਰ ਪਾਠਕ੍ਰਮ ਨੂੰ ਵਧੇਰੇ ਕੀ ਕਰ ਸਕਦੇ ਆ? ਯੋਜਨਾ ਮਤਲਬ ਕਿ ਪਲੈਨਿੰਗ ਕਰ ਸਕਦੇ ਹਨ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 18, ਸ਼ਿਸ਼ੂ ਅਵਸਥਾ ਦੀ ਕਿਹੜੀ ਉਮਰ ਮੰਨੀ ਜਾਂਦੀ? ਕਿਹੜੀ ਸ਼ਿਸ਼ੂ ਅਵਸਥਾ ਕਿਹੜੀ ਹੁੰਦੀ ਹੈ? 2 ਤੋਂ 5 ਸਾਲ, 1 ਤੋਂ 3 ਸਾਲ, 4 ਤੋਂ 6 ਸਾਲ, ਜਾਂ 0 ਤੋਂ 2 ਸਾਲ। ਤਾਂ ਸ਼ਿਸ਼ੂ ਅਵਸਥਾ ਕਿਹੜੀ ਹੁੰਦੀ ਹੈ? ਤਾਂ ਕਿਹੜੀ ਹੁੰਦੀ ਹੈ? ਆਪਸ਼ਨ ਨੰਬਰ 2 1 ਤੋਂ 3 ਸਾਲ ਕੀ ਹੁੰਦੀ ਹੈ? ਸ਼ਿਸ਼ੂ ਅਵਸਥਾ ਹੁੰਦੀ ਹੈ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 19, ਡਾਕਟਰ ਹਰਲੋਕ ਨੇ ਸ਼ਿਸ਼ੂ ਅਵਸਥਾ ਨੂੰ ਕੀ ਆਖਿਆ ਹੈ? ਮੁੱਢਲਾ ਕਾਲ, ਵਿਚਕਾਰਲਾ ਕਾਲ, ਜਾਂ ਖਤਰਨਾਕ ਕਾਲ, ਜਾਂ ਸਧਾਰਨ ਕਾਲ। ਕੀ ਕਾਲ ਦੱਸਿਆ ਹਰਲੋਕ ਨੇ ਦੱਸਿਆ ਹੈ ਮੁੱਢਲਾ ਕਾਲ। ਜਿਹੜੀ ਸ਼ਿਸ਼ੂ ਅਵਸਥਾ ਹੈ ਨਾ, ਉਹ ਹਰਲੋਕ ਨੇ ਉਸ ਕਾਲ ਨੂੰ ਕੀ ਦੱਸਿਆ? ਮੁੱਢਲਾ ਕਾਲ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 20, ਸ਼ਿਸ਼ੂ ਕਾਲ ਨੂੰ ਡਾਕਟਰ ਹਰਲੋਕ ਇੱਕ ਹੋਰ ਨਾਂ ਵੀ ਦਿੰਦੇ ਹੈ, ਤਾਂ ਉਹ ਕਿਹੜਾ ਨਾਂ ਹੈ? ਅਪੀਲੀ ਕਾਲ, ਸੰਜੀਦਾ ਕਾਲ, ਆਪੱਤੀ ਕਾਲ, ਜਾਂ ਮੁੱਢਲਾ ਕਾਲ। ਕਿਹੜਾ ਕਾਲ ਦਿੰਦੇ ਹਨ? ਅਪੀਲੀ ਕਾਲ। ਤਾਂ ਹਰਲੋਕ ਸ਼ਿਸ਼ੂ ਕਾਲ ਨੂੰ ਇੱਕ ਹੋਰ ਨਾਮ ਦਿੰਦੇ ਆ, ਉਹ ਕਿਹੜਾ ਕਾਲ ਕਹਿੰਦੇ ਹੈ? ਅਪੀਲੀ ਕਾਲ। ਆਪਸ਼ਨ ਨੰਬਰ 1 ਇਹਦਾ ਆਂਸਰ ਹੋਏਗਾ। ਬਾਲ ਅਵਸਥਾ ਦੀ ਕਿਹੜੀ ਉਮਰ ਮਿਣੀ ਗਈ ਹੈ? ਕਿਹੜੀ ਉਮਰ ਮਿਣੀ ਗਈ ਹੈ ਬਾਲ ਅਵਸਥਾ ਦੀ? 2 ਤੋਂ 10 ਸਾਲ, 3 ਤੋਂ 12 ਸਾਲ, 4 ਤੋਂ 13 ਸਾਲ, ਜਾਂ 5 ਤੋਂ 14 ਸਾਲ। ਕਿਹੜੀ ਅਵਸਥਾ ਮੰਨੀ ਗਈ ਹੈ? 3 ਤੋਂ 12 ਸਾਲ ਜਿਹੜੀ ਹੈ ਉਹ ਬਾਲ ਅਵਸਥਾ ਮੰਨੀ ਗਈ ਹੈ। ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 22, ਮੁੱਢਲੀ ਬਾਲ ਅਵਸਥਾ ਦਾ ਸਮਾਂ ਕੀ ਹੁੰਦਾ ਹੈ? ਮੁੱਢਲੀ ਬਾਲ ਅਵਸਥਾ ਦਾ ਸਮਾਂ ਕੀ ਹੁੰਦਾ ਹੈ? 2 ਤੋਂ 5 ਸਾਲ, 3 ਤੋਂ 4 ਸਾਲ, ਜਾਂ 3 ਤੋਂ 6 ਸਾਲ, ਜਾਂ 4 ਤੋਂ 7 ਸਾਲ। ਤਾਂ ਕਿਹੜੀ ਮੰਨੀ ਗਈ ਹੈ?
3 ਤੋਂ 4 ਸਾਲ ਮੁੱਢਲੀ ਬਾਲ ਅਵਸਥਾ ਮੰਨੀ ਹੈ। ਆਪਸ਼ਨ ਨੰਬਰ 2 ਇਹਦਾ ਬਿਲਕੁਲ ਸਹੀ ਹੈ। ਦੇਖੋ ਹੁਣ ਆਪਾਂ ਨੂੰ ਕੀ ਹੈ, ਪਹਿਲਾਂ ਆਪਾਂ ਕੁਐਸਚਨ ਕੀ ਪੜ੍ਹਿਆ ਸੀ, 19ਵਾਂ ਕੁਐਸਚਨ ਪੜ੍ਹਿਆ ਸੀ ਕਿ ਜਿਹੜਾ ਸ਼ੀਸ਼ੂ ਅਵਸਥਾ ਹੁੰਦੀ ਹੈਗੀ ਹੈ, ਸ਼ੀਸ਼ੂ ਅਵਸਥਾ ਕਿਹੜੀ ਹੁੰਦੀ ਹੈ, 1 ਤੋਂ 3 ਸਾਲ ਹੁੰਦੀ ਹੈ। ਇਹ ਕੁਛ ਥੋੜ੍ਹੇ ਕਨਫਿਊਜ਼ਨ ਵਾਲੇ ਹੁੰਦੇ ਆ, ਪਰ ਦੇਖੋ ਆਪਾਂ ਹੁਣ ਦੁਬਾਰਾ ਦੱਸਦੇ ਹਾਂ ਕਿ ਜਿਹੜੀ ਸ਼ੀਸ਼ੂ ਅਵਸਥਾ ਹੁੰਦੀ ਹੈ ਉਹ 1 ਤੋਂ 3 ਸਾਲ ਹੁੰਦੀ ਹੈ, ਜਿਹੜੀ ਬਾਲ ਅਵਸਥਾ ਹੁੰਦੀ ਹੈ ਉਹ 3 ਤੋਂ 12 ਸਾਲ ਹੁੰਦੀ ਹੈ, ਔਰ ਜਿਹੜੀ ਮੁੱਢਲੀ ਬਾਲ ਅਵਸਥਾ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ, 3 ਤੋਂ 4 ਸਾਲ। ਇਹ ਅਵਸਥਾ ਹੁੰਦੀ ਹੈ ਮੁੱਢਲੀ ਬਾਲ ਅਵਸਥਾ। ਚਲੋ ਅੱਗੇ ਪੜ੍ਹਦੇ ਹਾਂ ਆਪਾਂ, ਪਿਛਲੀ ਬਾਲ ਅਵਸਥਾ ਦਾ ਸਮਾਂ ਕੀ ਹੁੰਦਾ ਹੈ। ਜਿਹੜੀ ਪਿਛਲੀ ਬਾਲ ਅਵਸਥਾ ਹੁੰਦੀ ਹੈ ਉਹਦਾ ਕੀ ਸਮਾਂ ਹੁੰਦਾ ਹੈ, ਤਾਂ ਉਹਦਾ ਸਮਾਂ ਹੁੰਦਾ 6 ਤੋਂ 12 ਸਾਲ, 5 ਤੋਂ 12 ਸਾਲ, 7 ਤੋਂ 12 ਸਾਲ ਜਾਂ 5 ਤੋਂ 11 ਸਾਲ। ਤਾਂ ਪਿਛਲੀ ਬਾਲ ਅਵਸਥਾ ਕਿਹੜੀ ਹੁੰਦੀ ਹੈ, 6 ਤੋਂ 12 ਸਾਲ। ਆਪਸ਼ਨ ਨੰਬਰ 1 ਇਹਦਾ ਆਨਸਰ ਹੋਏਗਾ। ਚਲੋ ਅੱਗੇ ਪੜ੍ਹਦੇ ਹਾਂ ਕੁਐਸਚਨ ਨੰਬਰ 24, ਮੁੱਢਲੀ ਕਿਸ਼ੋਰ ਅਵਸਥਾ ਦਾ ਸਮਾਂ ਹੁੰਦਾ ਹੈ। ਜਿਹੜੀ ਮੁੱਢਲੀ ਕਿਸ਼ੋਰ ਹੁੰਦੀ ਹੈ, ਇੱਕ ਤਾਂ ਕਿਸ਼ੋਰ ਹੁੰਦਾ ਜਿਹੜਾ ਕਿ 18 ਸਾਲ ਤੋਂ ਮੰਨਿਆ ਜਾਂਦਾ ਹੈ, ਇੱਕ ਜਿਹੜੀ ਕਿਸ਼ੋਰ ਮੁੱਢਲੀ ਕਿਸ਼ੋਰ ਹੁੰਦੀ ਹੈ ਉਹ 12 ਤੋਂ 16 ਸਾਲ ਹੁੰਦੀ ਹੈ, ਜਾਂ 11 ਤੋਂ 15 ਸਾਲ, ਜਾਂ 12 ਤੋਂ 15 ਸਾਲ, ਜਾਂ 13 ਤੋਂ 16 ਸਾਲ। ਤਾਂ ਕਿਹੜੀ ਹੁੰਦੀ ਹੈ ਮੁੱਢਲੀ ਕਿਸ਼ੋਰ ਅਵਸਥਾ, ਕਿਹੜੀ ਹੁੰਦੀ ਹੈ, ਤਾਂ ਆਪਸ਼ਨ ਨੰਬਰ 3 12 ਤੋਂ 15 ਸਾਲ ਨੂੰ ਮੁੱਢਲੀ ਕਿਸ਼ੋਰ ਅਵਸਥਾ ਦੱਸਿਆ ਜਾਂਦਾ ਹੈ। ਤਾਂ ਚਲੋ ਅੱਗੇ ਪੜ੍ਹਦੇ ਹਾਂ, ਪਿਛਲੀ ਕਿਸ਼ੋਰ ਅਵਸਥਾ ਦਾ ਸਮਾਂ ਦੱਸੋ। 13 ਤੋਂ 16 ਸਾਲ, 15 ਤੋਂ 18 ਸਾਲ, 14 ਤੋਂ 17 ਸਾਲ, ਜਾਂ 13 ਤੋਂ 17 ਸਾਲ। ਤਾਂ ਪਿਛਲੀ ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ, 15 ਤੋਂ 18 ਸਾਲ। ਦੇਖੋ ਪਿਛਲੀ ਬਾਲ ਅਵਸਥਾ, ਦੇਖੋ ਆ ਪਿਛਲੇ ਵੀ 3-4 ਕੁਐਸਚਨ ਸੀ ਉਹ ਵੀ ਬਾਲ ਅਵਸਥਾ ਤੋਂ, ਹੁਣ ਇਹ ਦੇਖੋ ਇਹ ਵੀ ਬਾਲ ਅਵਸਥਾ ਤੋਂ ਨਾ। ਤਾਂ ਦੇਖੋ ਦੁਬਾਰਾ ਪੜ੍ਹਦੇ ਆਪਾਂ, ਪਿਛਲੀ ਬਾਲ ਅਵਸਥਾ ਕਿੰਨਾ ਸਮਾਂ ਹੁੰਦਾ ਹੈ, 6 ਤੋਂ 12 ਸਾਲ। ਮੁੱਢਲੀ ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ, 12 ਤੋਂ 15 ਸਾਲ। ਪਿਛਲੀ ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ, ਜਿਹੜੀ 15 ਤੋਂ 18 ਸਾਲ। ਇਹਨੂੰ ਤੁਸੀਂ 1-2 ਵਾਰੀ ਵੀਡੀਓ ਦੇਖੋਗੇ ਨਾ ਤਾਂ ਤੁਹਾਨੂੰ ਇਹ ਬਿਲਕੁਲ ਯਾਦ ਹੋ ਜਾਣਗੇ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ, ਇੱਕ ਬੱਚਾ ਜਿਹੜਾ ਇੱਕ ਖਿਡੌਣੇ ਨੂੰ ਪਕੜਨ ਲਈ ਆਪਣੇ ਦੋਵੇਂ ਹੱਥਾਂ ਦੀ ਵਰਤੋਂ ਕਰਦਾ ਹੈ, ਹੌਲੀ ਹੌਲੀ ਉਹ ਖਿਡੌਣੇ ਨੂੰ ਉਂਗਲਾਂ ਰਾਹੀਂ ਪਕੜ ਲੈਂਦਾ ਹੈ। ਇਸ ਦਾ ਦ੍ਰਿਸ਼ਟਾਂਤ ਵਿਕਾਸਾਤਮਕ ਨਿਯਮ ਰਾਹੀਂ ਕੀਤਾ ਜਾ ਸਕਦਾ ਹੈ। ਨੰਬਰ 1 ਅੰਤਰ ਕਿਰਿਆ ਰਾਹੀਂ, ਵਿਕਾਸ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ, ਜਾਂ ਨਿੱਜੀ ਭਿੰਨਤਾਵਾਂ, ਜਾਂ ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ। ਤਾਂ 26 ਨੰਬਰ ਕੁਐਸਚਨ ਦਾ ਆਨਸਰ ਕੀ ਹੋਣਾ ਚਾਹੀਦਾ ਹੈ, ਜਦੋਂ ਕੋਈ ਬੱਚਾ ਆਪਣੇ ਦੋਵੇਂ ਹੱਥਾਂ ਨਾਲ ਕੋਈ ਖਿਡੌਣੇ ਨੂੰ ਪਕੜਦਾ ਹੈ ਤਾਂ ਹੌਲੀ ਹੌਲੀ ਉਹ ਖਿਡੌਣੇ ਨੂੰ ਕੀ ਹੈ, ਉਂਗਲਾਂ ਰਾਹੀਂ ਪਕੜਨਾ ਸ਼ੁਰੂ ਕਰ ਦਿੰਦਾ ਹੈ। ਤਾਂ ਮਤਲਬ ਕੀ ਆ, ਪਹਿਲਾਂ ਉਹ ਹੱਥ ਪਕੜਦਾ ਹੈ ਹੋਰ ਫਿਰ ਉਂਗਲਾਂ, ਮਤਲਬ ਕਿ ਪਹਿਲੇ ਸਧਾਰਨ, ਪਹਿਲਾਂ ਪੂਰਾ ਹੱਥ ਲਗਾਉਂਦਾ ਹੈ, ਫਿਰ ਵਿਸ਼ੇਸ਼ ਮਤਲਬ ਕਿ ਫਿਰ ਇਕੱਲੀਆਂ ਉਂਗਲਾਂ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਤਾਂ ਮਤਲਬ ਕਿ ਇਹਦਾ ਆਨਸਰ ਆਏਗਾ ਆਪਸ਼ਨ ਨੰਬਰ 4, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ। ਤਾਂ ਮਤਲਬ ਕਿ ਇਸ ਕੁਐਸਚਨ ਦਾ ਆਨਸਰ ਕੀ ਆਏਗਾ, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ। ਚਲੋ ਅੱਜ ਆਪਣੀ CDP ਦੀ ਵੀਡੀਓ ਖਤਮ ਹੁੰਦੀ ਹੈ। ਮੇਰੀ ਇਹ ਵੀਡੀਓ ਤੁਸੀਂ ਦੁਬਾਰਾ 2-3 ਵਾਰੀ ਦੇਖੋਗੇ ਨਾ ਤਾਂ ਤੁਹਾਨੂੰ ਜਿਹੜੇ ਉਹ ਪਿਛਲੇ ਤੁਹਾਡੇ ਕਨਫਿਊਜ਼ਨ ਵਾਲੇ ਕੁਐਸਚਨ ਹੈ ਨਾ, ਤਾਂ ਤੁਸੀਂ 1-2 ਵਾਰੀ ਦੇਖ ਕੇ ਤੁਹਾਡਾ ਸਾਰੀ ਕਨਫਿਊਜ਼ਨ ਦੂਰ ਹੋ ਜਾਏਗੀ। ਮੇਰੀ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।